गुरु की प्यारी साध संगत जी, उत्तर दिशा की यात्रा समाप्त करके गुरु जी कुछ समा करतारपुर ही संगतां श्रद्धालुआं नूं तारदे रहे। उपरंत पिछले पक्ष विच आप जी ने अपनी चौथी यात्रा आरंभ कर दिती। करतार तो आप जी तलवंडी गए ਅਤੇ तलवंडी तो चल के विसाखी का मेला कटास राज ਜ਼ਿਲ੍ਹਾ ਜਿਹਲਮ ਵਿੱਚ ਜਾ ਕੀਤਾ। ਇੱਥੇ ਮੇਲੇ ਵਿੱਚ ਆਏ ਹੋਏ ਸੰਨਿਆਸੀਆਂ ਨੂੰ ਗੁਰੂ ਜੀ ਨੇ ਕਿਹਾ ਕਿ ਜੋ ਲੋਕ ਗ੍ਰਹਿਸਥ ਦੇ ਦੁੱਖਾਂ ਤੋਂ ਡਰ ਕੇ ਘਰ-ਬਾਰ ਛੱਡ ਕੇ ਬੈਰਾਗ ਧਾਰਨ ਕਰ ਲੈਂਦੇ ਹਨ, ਉਹ ਮੰਦ ਬੈਰਾਗੀ ਹੁੰਦੇ ਹਨ, ਜਿਸ ਦਾ ਫਲ ਬਹੁਤ ਥੋੜਾ ਹੁੰਦਾ ਹੈ। ਦੂਸਰੇ ਉਹ ਲੋਕ ਜੋ ਪ੍ਰਮਾਤਮਾ ਦੇ ਸਿਮਰਨ ਦੀ ਲਗਨ ਵਿੱਚ ਲੱਗ ਕੇ ਘਰ ਦੇ ਸਾਰੇ ਸੁੱਖਾਂ ਨੂੰ ਤਿਆਗ ਕੇ ਉਪਰਾਮ ਹੋ ਜਾਂਦੇ ਹਨ, ਉਹ ਸੱਚੇ ਬੈਰਾਗੀ ਹੁੰਦੇ ਹਨ। ਸੰਨਿਆਸੀ ਨੂੰ ਸੱਚਾ ਬੈਰਾਗ ਧਾਰਨਾ ਚਾਹੀਦਾ ਹੈ। ਕਟਾਸ ਤੋਂ ਗੁਰੂ ਜੀ ਰੋਹਤਾਸ ਟਿੱਲਾ ਬਾਲ ਗਦਾਈ ਪਹੁੰਚੇ। ਇੱਥੇ ਕੰਨ ਪਾਟੇ ਜੋਗੀਆਂ ਦਾ ਡੇਰਾ ਸੀ। ਇਸ ਡੇਰੇ ਦਾ ਮੁਖੀ ਜੋਗੀ ਆਪਣੇ ਡੇਰੇ ਆਏ ਸਾਧੂ ਸੰਤ ਨੂੰ ਅਥਵਾ ਅਤਿਥੀ ਦੀ ਵਸਤਰ ਅਤੇ ਖਾਣ ਪੀਣ ਦੀ ਬਹੁਤ ਸੇਵਾ ਕਰਦਾ ਸੀ। ਆਪ ਬੜਾ ਸਧਾਰਨ ਭੋਜਨ ਖਾਂਦਾ ਅਤੇ ਸਧਾਰਨ ਹੀ ਕੱਪੜਾ ਪਹਿਨਦਾ ਸੀ। ਗੁਰੂ ਜੀ ਇਸ ਕਰਨੀ ਉੱਤੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਕਿ ਜੋਗੀ ਜੀ ਸੱਚਾ ਜੋਗੀ ਬਣਨ ਵਾਸਤੇ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਕੇ ਨਿਰੰਕਾਰ ਦਾ ਸਿਮਰਨ ਕਰਨਾ ਅਤੇ ਆਪਣੀ ਬਿਰਤੀ ਨੂੰ ਉਸ ਵਿੱਚ ਜੋੜਨਾ ਚਾਹੀਦਾ ਹੈ। ਟਿੱਲੇ ਦੀ ਪਹਾੜੀ ਹੇਠਾਂ ਇੱਕ ਭਗਤੂ ਸਿੱਖ ਬੈਠਾ ਸੀ। ਉਸਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਇੱਥੇ ਪਾਣੀ ਦੀ ਬੜੀ ਤੰਗੀ ਹੈ, ਆਪ ਕਿਰਪਾ ਕਰੋ ਤਾਂ ਮੇਰੀ ਇਹ ਤੰਗੀ ਸਦਾ ਵਾਸਤੇ ਦੂਰ ਹੋ ਜਾਵੇ। ਗੁਰੂ ਜੀ ਨੇ ਉਸ ਦੀ ਇਹ ਜੋਗ ਬੇਨਤੀ ਪ੍ਰਵਾਨ ਕਰਕੇ ਇੱਕ ਪੱਥਰ ਚੁੱਕ ਕੇ ਪਾਣੀ ਦਾ ਪ੍ਰਵਾਹ ਜਾਰੀ ਕਰ ਦਿੱਤਾ। ਇਸ ਦਾ ਪਾਣੀ ਪ੍ਰਵਾਹ ਚਸ਼ਮਾ ਅੱਜ ਤੱਕ ਚੱਲ ਰਿਹਾ ਹੈ। ਇਸ ਦੇ ਪਾਸ ਹੀ ਇੱਕ ਸਰੋਵਰ ਅਤੇ ਇੱਕ ਗੁਰਦੁਆਰਾ ਹੈ। ਭਾਈ ਭਗਤੂ ਨੂੰ ਨਿਹਾਲ ਕਰਕੇ ਗੁਰੂ ਜੀ ਕਈ ਅਸਥਾਨਾਂ ਦੇ ਲੋਕਾਂ ਨੂੰ ਤਾਰਦੇ ਹੋਏ ਡੇਰਾ ਇਸਮਾਈਲ ਖਾਂ, ਡੇਰਾ ਗਾਜੀ ਖਾਂ, ਜਾਮਪੁਰ, ਮੀਰਾਪੁਰ, ਨੌਸਹੀਰਾ, ਰਾਜ਼ਨਪੁਰ ਅਤੇ ਮਿਠਨਕੋਟ, ਜਿੱਥੇ ਪੰਜਾਬ ਦੇ ਪੰਜੇ ਦਰਿਆ ਇਕੱਠੇ ਹੁੰਦੇ ਹਨ, ਉੱਥੇ ਪੁੱਜੇ। ਇੱਥੋਂ ਸੱਖਰ ਫੱਖਰ ਤੇ ਰੋਹੜੀ ਤੇ ਸਾਧ ਵੇਲਾ ਜਾ ਕੇ ਇੱਕ ਬੋੜ ਹੇਠਾਂ ਬੈਠ ਗਏ। ਸਾਧ ਵੇਲੇ ਦੇ ਸਾਧੂਆਂ ਨਾਲ ਆਤਮਿਕ ਗਿਆਨ ਦੀ ਚਰਚਾ ਕਰਕੇ ਆਪ ਜੀ ਲੜਕਾਣਾ, ਅਮਰਕੋਟ, ਟਾਂਡਾ, ਹੈਦਰਾਬਾਦ, ਉਡਜਾਰੇ ਸਿੱਧ ਦੇ ਕਿਨਾਰੇ ਗਏ। ਫਿਰ ਠੱਠੇ ਦੀ ਰਾਜਘਾਟ ਤੋਂ ਕਰਾਚੀ ਪਹੁੰਚ ਗਏ ਅਤੇ ਹਾਜੀਆਂ ਨਾਲ ਮਿਲ ਕੇ ਮੱਕੇ ਮਦੀਨੇ ਚਲੇ ਗਏ। ਮੱਕੇ ਵਿੱਚ ਮੁਸਲਮਾਨਾਂ ਦਾ ਇੱਕ ਪ੍ਰਸਿੱਧ ਪੂਜਕ ਅਸਥਾਨ ਹੈ, ਜਿਸ ਨੂੰ ਕਾਬਾ ਕਹਿੰਦੇ ਹਨ। ਗੁਰੂ ਜੀ ਉੱਥੇ ਜਦ ਰਾਤ ਸਮੇਂ ਕਾਬੇ ਵੱਲ ਪੈਰ ਕਰਕੇ ਬਿਰਾਜ ਗਏ ਤਾਂ ਇੱਕ ਜਿਉਣ ਨਾਮ ਦੇ ਮੁਜ਼ਾਵਰ ਨੇ ਗੁੱਸੇ ਨਾਲ ਆਖਿਆ ਕਿ ਤੂੰ ਕੌਣ ਕਾਫਰ ਹੈ ਜਿਹੜਾ ਖੁਦਾ ਦੇ ਘਰ ਕਾਬੇ ਵੱਲ ਪੈਰ ਪਸਾਰ ਕੇ ਸੁੱਤਾ ਹੋਇਆ ਹੈ। ਗੁਰੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ, ਮੈਂ ਸਫ਼ਰ ਦੇ ਥਕੇਵੇਂ ਕਰਕੇ ਲੰਮਾ ਪਿਆ ਹੋਇਆ ਹਾਂ, ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ। ਤੂੰ ਸਾਡੇ ਪੈਰ ਫੜ ਕੇ ਉਧਰ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ। ਇਹ ਗੱਲ ਸੁਣ ਕੇ ਜਿਉਂ ਨੇ ਬੜੇ ਗੁੱਸੇ ਨਾਲ ਗੁਰੂ ਜੀ ਦੇ ਚਰਨ ਘੜੀਸ ਕੇ ਦੂਜੇ ਪਾਸੇ ਕਰ ਦਿੱਤੇ ਅਤੇ ਜਦ ਚਰਨ ਛੱਡ ਕੇ ਵੇਖਿਆ ਤਾਂ ਉਸ ਨੂੰ ਕਾਬਾ ਉਸ ਪਾਸੇ ਹੀ ਨਜ਼ਰ ਆਇਆ। ਇਸ ਤਰ੍ਹਾਂ ਹੀ ਜਦ ਉਸਨੇ ਫਿਰ ਦੂਜੇ ਪਾਸੇ ਚਰਨ ਕੀਤੇ ਤਾਂ ਕਾਬਾ ਉਸ ਨੂੰ ਫਿਰ ਉਧਰ ਹੀ ਨਜ਼ਰ ਆਇਆ। ਜੌਨ ਨੇ ਜਦ ਵੇਖਿਆ ਕਿ ਕਾਬਾ ਇਹਨਾਂ ਦੇ ਚਰਨਾਂ ਨਾਲ ਹੀ ਫਿਰ ਜਾਂਦਾ ਹੈ ਤਾਂ ਉਸਨੇ ਮੱਕੇ ਦੇ ਮੁਜ਼ਾਵਰ ਨੂੰ ਸਾਰੀ ਗੱਲ ਦੱਸੀ। ਇਹ ਗੱਲ ਨਾਲ ਬਹੁਤ ਸਾਰੇ ਹਾਜੀ, ਮੁਲਾਣੇ ਅਤੇ ਲੋਕ ਇਕੱਠੇ ਹੋਏ। ਕਾਜੀ ਰੁਕਨੁਲਦੀਨ, ਪੀਰ ਜਲਾਲਦੀਨ ਅਤੇ ਬਹਾਉਦੀਨ ਸਾਹਿਤ ਸਭ ਹਾਜੀਆਂ ਨਾਲ ਆਪ ਜੀ ਦੇ ਬਹੁਤ ਪ੍ਰਸ਼ਨ ਉੱਤਰ ਹੋਏ। ਜਦ ਸਾਰੇ ਨਿਰੋਤਰ ਹੋ ਗਏ ਤਾਂ ਪੀਰ ਬਾਹੁਦੀਨ ਨੇ
ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਕਿਹਾ। ਪੀਰ ਬਾਹੋਦੀਨ ਪਾਸੋਂ ਇਹ ਨਿਸ਼ਚੇ ਵਾਲੀ ਗੱਲ ਸੁਣ ਕੇ ਸਾਰੇ ਪੀਰ ਤੇ ਫਕੀਰ ਗੁਰੂ ਜੀ ਦੇ ਚਰਨਾਂ ਤੇ ਪੈ ਗਏ ਅਤੇ ਆਪਣੀ ਵੱਧ ਘੱਟ ਬੋਲ ਚਾਲ ਦੀ ਮਾਫੀ ਮੰਗੀ। ਕੁਝ ਦਿਨਾਂ ਉਪਰੰਤ ਜਦ ਗੁਰੂ ਜੀ ਨੇ ਉੱਥੋਂ ਤੁਰਨ ਦੀ ਤਿਆਰੀ ਕੀਤੀ ਤਾਂ ਕਾਬੇ ਦੇ ਪੀਰਾਂ ਨੇ ਬੇਨਤੀ ਕਰਕੇ ਗੁਰੂ ਜੀ ਦੀ ਇੱਕ ਖੜਾਬ ਨਿਸ਼ਾਨੀ ਵਜੋਂ ਆਪਣੇ ਪਾਸ ਰੱਖ ਲਈ। ਮੱਕੇ ਤੋਂ ਚੱਲ ਕੇ ਗੁਰੂ ਜੀ ਮਦੀਨੇ ਆਏ। ਇਸ ਅਸਥਾਨ ਤੇ ਹਜ਼ਰਤ ਮੁਹੰਮਦ ਸਾਹਿਬ ਦਫਨਾਏ ਗਏ ਸਨ। ਇਸ ਕਰਕੇ ਮੁਸਲਮਾਨਾਂ ਦਾ ਇਹ ਇੱਕ ਵੱਡਾ ਪੂਜਣਯੋਗ ਅਸਥਾਨ ਹੈ। ਇੱਥੇ ਆਣ ਕੇ ਗੁਰੂ ਜੀ ਨੇ ਪੈਗੰਬਰ ਦੀ ਕਬਰ ਦੇ ਪਾਸ ਬੈਠ ਕੇ ਕੁਝ ਸ਼ਬਦ ਉਚਾਰੇ ਸਨ। ਉਸ ਸ਼ਬਦ ਦਾ ਗਾਣ ਸੁਣ ਕੇ ਬਹੁਤ ਸਾਰੇ ਮੁਸਲਮਾਨ ਸਰਾਈ ਲੋਕ ਗੁਰੂ ਜੀ ਨੂੰ ਇੱਟਾਂ ਬੱਟੇ ਮਾਰਨ ਲੱਗੇ, ਪਰ ਸਭਨਾਂ ਦੇ ਹੱਥਾਂ ਨਾਲ ਹੀ ਬੱਟੇ ਜੁੜ ਗਏ। ਜਦ ਇਸ ਕੌਤਕ ਦਾ ਪਤਾ ਉੱਥੋਂ ਦੇ ਹਾਕਮ ਨੂੰ ਲੱਗਾ ਤਾਂ ਉਹ ਆਪਣੇ ਨਾਲ ਕਈ ਮੁਖੀਆਂ, ਕਾਜ਼ੀਆਂ, ਮੁਲਾਣਿਆਂ ਅਤੇ ਪੀਰਾਂ ਫਕੀਰਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ। ਗੁਰੂ ਜੀ ਆਪਣੇ ਸ਼ਬਦ ਗਾਣ ਵਿੱਚ ਮਸਤ ਹੋ ਕੇ ਲੱਗੇ ਰਹੇ। ਜਦ ਭੋਗ ਪਿਆ ਤਾਂ ਉਹਨਾਂ ਨੇ ਨਮਸਕਾਰ ਕਰਕੇ ਗੁਰੂ ਜੀ ਦੇ ਪਾਸ ਬੈਠ ਕੇ ਕਈ ਪ੍ਰਕਾਰ ਦੇ ਪ੍ਰਸ਼ਨ ਕੀਤੇ ਅਤੇ ਉਹਨਾਂ ਦੇ ਜਥਾ ਰਥ ਉੱਤਰ ਸੁਣ ਕੇ ਸਾਰਿਆਂ ਦੀ ਨਿਸ਼ਾ ਹੋ ਗਈ। ਫਿਰ ਗੁਰੂ ਜੀ ਤੋਂ ਮਾਫੀ ਮੰਗ ਕੇ ਪੁੱਛਣ ਲੱਗੇ ਕਿ ਆਪ ਅੱਲਾ ਨੂੰ ਪੂਜੇ ਹੋਏ ਉਸ ਦਾ ਰੂਪ ਹੀ ਹੋ, ਇਸ ਵਾਸਤੇ ਆਪ ਸਾਨੂੰ ਉਹ ਰਸਤਾ ਦੱਸੋ ਜਿਸ ਨਾਲ ਮੌਤ ਦਾ ਡਰ ਦੂਰ ਹੋ ਜਾਵੇ ਅਤੇ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਈਏ। ਤਦ ਗੁਰੂ ਜੀ ਨੇ ਉਸ ਨੂੰ ਸੋਹਣੇ ਸੋਹਣੇ ਬਚਨ ਸੁਣਾਏ। ਗੁਰੂ ਜੀ ਦੇ ਇਹ ਬਚਨ ਸੁਣ ਕੇ ਇਮਾਮ ਬੜੇ ਪ੍ਰਸੰਨ ਹੋਏ ਅਤੇ ਗੁਰੂ ਜੀ ਨੂੰ ਅੱਲਾ ਦਾ ਸੱਚਾ ਪੈਗੰਬਰ ਮੰਨ ਕੇ ਨਮਸਕਾਰ ਕਰਨ ਲੱਗੇ। ਜਦ ਕਈ ਦਿਨ ਇੱਥੇ ਟਿਕ ਕੇ ਗੁਰੂ ਜੀ ਤੁਰਨ ਲੱਗੇ ਤਾਂ ਆਪ ਜੀ ਦੇ ਦੂਜੇ ਪੈਰ ਦੀ ਖੜਾਬ ਨਿਸ਼ਾਨੀ ਵਜੋਂ ਇੱਥੋਂ ਦੇ ਇਮਾਮ ਨੇ ਰੱਖ ਲਈ। ਮਦੀਨੇ ਦੇ ਇਮਾਮਾਂ ਨਾਲ ਚਰਚਾ ਕਰਕੇ ਗੁਰੂ ਜੀ ਰੂਮ ਦੇਸ਼ ਦੇ ਸੁਲਤਾਨ ਹਮੀਦ ਕਾਰੂ ਨੂੰ ਮਿਲੇ। ਇਸ ਨੇ ਬੜੇ ਪਾਪ ਜ਼ੁਲਮ ਕਰਕੇ 80 ਗੰਜ ਦੌਲਤ ਇਕੱਠੀ ਕੀਤੀ ਹੋਈ ਸੀ। ਇਹ ਮਹਾ ਕੰਜੂਸ ਸੀ। ਇਸ ਨੇ ਕਬਰਾਂ ਵਿੱਚੋਂ ਮੁਰਦੇ ਪੁੱਟ ਕੇ ਉਹਨਾਂ ਦੇ ਮੂੰਹ ਵਿੱਚੋਂ ਵੀ ਪੈਸੇ ਕੱਢ ਲਏ ਸਨ। ਇਸ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਆਪਣੇ ਪਾਸ ਜਾਂ ਘਰ ਵਿੱਚ ਪੈਸਾ ਨਾ ਰੱਖੇ। ਇਹਨਾਂ ਕਾਰਨਾਂ ਕਰਕੇ ਪਰਜਾ ਬਹੁਤ ਹੀ ਦੁਖੀ ਸੀ। ਪਰਜਾ ਦਾ ਦੁੱਖ ਦੂਰ ਕਰਨ ਵਾਸਤੇ ਗੁਰੂ ਜੀ ਇਸ ਪਾਸ ਗਏ ਅਤੇ ਇਸ ਦੇ ਮਹਿਲ ਅੱਗੇ ਬੈਠ ਕੇ ਠਿਕਰੀਆਂ ਇਕੱਠੀਆਂ ਕਰਨ ਲੱਗ ਪਏ। ਕਾਰੂ ਨੇ ਪੁੱਛਿਆ, ਪੀਰ ਜੀ ਇਹਨਾਂ ਠਿਕਰੀਆਂ ਨੂੰ ਕੀ ਕਰੋਗੇ? ਗੁਰੂ ਜੀ ਨੇ ਸੁਭਾਵਿਕ ਬਚਨ ਕੀਤਾ, ਇਹ ਅਸੀਂ ਪਰਲੋਕ ਵਿੱਚ ਆਪਣੇ ਨਾਲ ਲੈ ਕੇ ਜਾਣ ਵਾਸਤੇ ਠਿਕਰੀਆਂ ਇਕੱਠੀਆਂ ਕਰ ਰਹੇ ਹਾਂ। ਕਾਰੂ ਨੇ ਕਿਹਾ, ਹੇ ਦਰਵੇਸ਼, ਇਹ ਠਿਕਰੀਆਂ ਨਾਲ ਕਿਸੇ ਨੇ ਨਹੀਂ ਲੈ ਕੇ ਜਾਣੀਆਂ। ਸਰੀਰ ਜੋ ਸਾਡਾ ਨਾਲ ਹੈ ਇਹ ਵੀ ਇੱਥੇ ਹੀ ਰਹਿ ਜਾਣਾ ਹੈ। ਅੰਤ ਸਮੇਂ ਇੱਕ ਤੀਲਾ ਵੀ ਨਾਲ ਨਹੀਂ ਜਾਵੇਗਾ। ਤਦ ਗੁਰੂ ਜੀ ਨੇ ਫਰਮਾਇਆ, ਹੇ ਬਾਦਸ਼ਾਹ, ਤੂੰ ਦੇਸ਼ ਵਿੱਚ ਲੋਕਾਂ ਤੇ ਜ਼ੁਲਮ ਕਰਕੇ ਜਿਹੜੇ ਪਾਪਾਂ ਨਾਲ 80 ਗੰਜ ਜੋੜੇ ਹਨ ਉਹ ਤੇਰੇ ਨਾਲ ਕਿਸ ਤਰ੍ਹਾਂ ਜਾਣਗੇ? ਲੋਕਾਂ ਉੱਤੇ ਕੀਤੇ ਜ਼ੁਲਮਾਂ ਦਾ ਸਦਕਾ ਤੂੰ ਦੋਜ਼ਖਾਂ ਨਰਕਾਂ ਵਿੱਚ ਪੈ ਕੇ ਬਹੁਤ ਦੁੱਖ ਪਾਵੇਂਗਾ। ਇਹ ਤੇਰਾ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤੇਰੇ ਹੋਰ ਵਾਰਸ ਲੈ ਜਾਣਗੇ ਤੇ ਤੂੰ ਦੋਜ਼ਖਾਂ ਵਿੱਚ ਪਿਆ ਤੜਫੇਗਾ। ਇਹ ਗੱਲ ਚੰਗੀ ਤਰ੍ਹਾਂ ਵਿਚਾਰ ਲੈ। ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਇਹ ਪਾਪਾਂ ਦੀ ਕਮਾਈ ਗਰੀਬਾਂ ਵਿੱਚ ਵੰਡ ਦਿਓ। ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਕਾਰੂ ਨੇ ਬੇਨਤੀ ਕੀਤੀ, ਹੇ ਅੱਲਾ ਦੇ ਪਿਆਰੇ ਦਰਵੇਸ਼, ਜੋ ਕੁਝ ਪਿੱਛੇ ਬੀਤ ਗਿਆ ਸੋ ਬੀਤ ਗਿਆ। ਹੁਣ ਤੁਸੀਂ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੈਨੂੰ ਖੁਦਾ ਉੱਤੇ ਨਿਸ਼ਚਾ ਹੋ ਜਾਵੇ ਤੇ ਮੈਂ ਉਸ ਰਾਹ ਉੱਤੇ ਚੱਲਾਂ। ਉਸ ਦੀ ਸਰਦਾ ਪੂਰਵਕ
ਬੇਨਤੀ ਸੁਣ ਕੇ ਗੁਰੂ ਜੀ ਨੇ ਇਹ ਨਸੀਹਤਨਾਮਾ ਉਚਾਰਨ ਕੀਤਾ। ਇਹ ਪ੍ਰਸਿੱਧ ਭਾਵੇਂ ਬਹੁਤ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਘਾਰੂ ਦਾ ਮਨ ਪਿਘਲ ਗਿਆ। ਉਹ ਆਪਣੇ ਕੀਤੇ ਜ਼ੁਲਮ ਅਤੇ ਪਾਪਾਂ ਨੂੰ ਯਾਦ ਕਰਕੇ ਕੰਬ ਉੱਠਿਆ। ਇਹ ਭੈਭੀਤ ਹੋਈ ਦਸ਼ਾ ਵਿੱਚ ਉਸਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਧਨ ਦੇ ਲਾਲਚ ਕਰਕੇ ਤ੍ਰਿਸ਼ਨਾ ਦੀ ਨਦੀ ਵਿੱਚ ਰੁੜਦਾ ਜਾ ਰਿਹਾ ਸੀ। ਤੁਸਾਂ ਕਿਰਪਾ ਕਰਕੇ ਮੈਨੂੰ ਇਸ ਵਿੱਚੋਂ ਕੱਢਿਆ ਹੈ। ਹੁਣ ਮੈਨੂੰ ਖੁਦਾ ਦਾ ਰਸਤਾ ਦੱਸੋ, ਜਿਸ ਨੂੰ ਗ੍ਰਹਿਣ ਕਰਕੇ ਮੇਰਾ ਪਾਰ ਉਤਾਰਾ ਹੋ ਜਾਵੇ। ਉਸ ਦੀ ਸ਼ਰਧਾ ਅਤੇ ਪਛਤਾਵਾ ਵੇਖ ਕੇ ਗੁਰੂ ਜੀ ਨੇ ਕਿਹਾ, 80 ਗੰਜ ਖਜ਼ਾਨਾ ਜਿਹੜਾ ਤੂੰ ਪਾਪ ਕਰਕੇ ਇਕੱਠਾ ਕੀਤਾ ਹੋਇਆ ਹੈ, ਇਹ ਰੱਬ ਦੇ ਨਾਮ ਉੱਤੇ ਗਰੀਬਾਂ ਨੂੰ ਵੰਡ ਦਿਓ ਅਤੇ ਨਿਰਭਿਆਨ ਹੋ ਕੇ ਰੱਬ ਦੀ ਬੰਦਗੀ ਕਰਿਆ ਕਰ। ਇਸ ਨਾਲ ਤੇਰੇ ਪਾਪ ਬਖਸ਼ੇ ਜਾਣਗੇ। ਗੁਰੂ ਜੀ ਦੇ ਬਚਨ ਮੰਨ ਕੇ ਘਾਰੂ ਨੇ ਸਭ ਖਜ਼ਾਨੇ ਗਰੀਬਾਂ ਵਿੱਚ ਅੰਨ ਕੱਪੜੇ ਦੇ ਰੂਪ ਵਿੱਚ ਵੰਡ ਦਿੱਤੇ। ਇਸ ਨਾਲ ਸਾਰੇ ਦੇਸ਼ ਵਿੱਚ ਲੋਕਾਂ ਨੂੰ ਬੜੀ ਪ੍ਰਸੰਨਤਾ ਹੋ ਗਈ ਅਤੇ ਲੋਕ ਸੁੱਖ ਨਾਲ ਵਸਣ ਲੱਗੇ। ਘਾਰੂ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਕਿਹਾ ਕਿ ਆਪ ਨੇ ਮੈਨੂੰ ਭੋਲੇ ਹੋਏ ਨੂੰ ਮਾਰਗ ਪਾਇਆ ਹੈ। ਆਪ ਦੀ ਬੜੀ ਕਿਰਪਾ ਹੋਈ ਹੈ। ਤੁਸਾਂ ਸਾਰੇ ਦੇਸ਼ ਨੂੰ ਸੁਖੀ ਕਰ ਦਿੱਤਾ ਹੈ। ਕੁਝ ਦਿਨ ਉੱਥੇ ਬਿਰਾਜ ਕੇ ਘਾਰੂ ਨੂੰ ਨਿਹਾਲ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ।